ਪੰਜਾਬੀ ਇੰਡਸਟਰੀ ਵਿੱਚ ਕੰਮ ਲੈਣ ਤੇ ਦੇਣ ਲਈ ਕੀ ਹੁੰਦਾ ਹੈ, ਕਿਹੜੇ ਪੁੱਠੇ ਸਿੱਧੇ ਰੈਕਟ ਚਲਾਏ ਜਾਂਦੇ ਆ, ਉਹ ਕਿਤੇ ਜੱਗ ਜ਼ਾਹਰ ਨਾ ਹੋ ਜਾਣ। ਇਹ ਬਸ ਹੈਪੀ ਬਰਥਡੇ ਟੂ ਯੂ, ਹੈਪੀ ਐਨਵਰਸਰੀ, ਗ੍ਰੇਟ Song ਬ్రో, ਬਸ ਇਹੀ ਕਰਨ ਜੋਗੇ ਨੇ। ਜਦੋਂ ਐਕਚੁਅਲ ਮੁੱਦਿਆਂ ਤੇ ਆਪਣਾ ਪੁਆਇੰਟ ਆਫ ਵਿਊ, ਆਪਣਾ ਸਟੈਂਡ ਕਲੀਅਰ ਕਰਨ ਦਾ ਟਾਈਮ ਆਉਂਦਾ ਹੈ ਤਾਂ ਇਹ ਗਾਇਬ ਹੋ ਜਾਂਦੇ ਨੇ। ਕਿਉਂਕਿ ਜੇ ਅੱਜ ਤੁਸੀਂ ਨਹੀਂ ਬੋਲਦੇ ਤਾਂ ਇਤਿਹਾਸ ਵਿੱਚ ਤੁਹਾਡਾ ਨਾਮ ਲਿਖਿਆ ਜਾਏਗਾ ਕਿ ਜਦੋਂ ਗਲਤ ਨੂੰ ਗਲਤ ਕਹਿਣ ਦਾ ਟਾਈਮ ਸੀ ਉਦੋਂ ਤੁਸੀਂ ਚੁੱਪ ਕਰਕੇ ਬੈਠੇ ਸੀ। ਮੁੱਦੇ ਤੇ ਆਉਣ ਤੋਂ ਪਹਿਲਾਂ ਮੈਂ ਤੁਹਾਡਾ ਧਿਆਨ ਇੱਕ ਗੱਲ ਵੱਲ ਲੈ ਕੇ ਜਾਣਾ ਚਾਹਾਂਗਾ। ਪਿਛਲੇ ਦਿਨੀ ਗੁਰੂ ਰੰਧਾਵਾ ਦਾ ਇੱਕ ਟਰੈਕ ਰਿਲੀਜ਼ ਹੁੰਦਾ ਹੈ, ਤੇਰੀ ਗਲੀ, ਐਂਡ ਵਿਦਿਨ 1 ਆਵਰ ਆਫ ਰਿਲੀਜ਼ਿੰਗ ਦੈਟ ਟਰੈਕ 90% ਆਫ ਦਾ ਪੰਜਾਬੀ 뮤직 ਇੰਡਸਟਰੀ ਦੀ ਸਟੋਰੀਜ਼ ਵਿੱਚ ਉਹ ਟਰੈਕ ਸ਼ੇਅਰ ਹੋ ਚੁੱਕਿਆ ਸੀ। ਐਂਡ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ, देयर इज नथिंग रॉन्ग ਇਨ ਸਪੋਰਟਿੰਗ ਯੂਰ ਕਲੀਗਸ। ਪਰ ਗਲਤ ਕੀ ਹੈ? ਤੁਹਾਡੇ ਡਬਲ ਸਟੈਂਡਰਡਸ। ਇੱਕ ਪਾਸੇ ਤੁਸੀਂ ਆਪਣੇ ਕਲੀਗ ਨੂੰ ਬਾਹਾਂ ਖੋਲ ਕੇ ਸਪੋਰਟ ਕਰ ਰਹੇ ਹੋ, ਐਂਡ ਦੂਜੇ ਪਾਸੇ ਤੁਹਾਡੇ ਕਲੀਗ ਵਨ ਆਫ ਦਾ ਮੋਸਟ ਸਕਸੈਸਫੁਲ ਵੀਡੀਓ ਡਾਇਰੈਕਟਰ ਸੁਖ ਸੰਗੇੜਾ ਤੇ ਇੱਕ ਨਹੀਂ ਦੋ ਨਹੀਂ 35 ਕੁੜੀਆਂ ਐਲੀਗੇਸ਼ਨਸ ਲਗਾਉਂਦੀਆਂ ਨੇ ਕਿ ਉਹ ਬੰਦੇ ਨੇ ਉਹਨਾਂ ਨੂੰ ਚੀਟ ਕੀਤਾ ਹੈ, ਮੋਲੈਸਟ ਕੀਤਾ ਤੇ ਹੋਰ ਵੱਡੇ ਵੱਡੇ ਆਰੋਪ ਲੱਗਦੇ ਆ, ਐਂਡ ਤੁਸੀਂ ਐਦਾਂ ਚੁੱਪ ਕਰਕੇ ਬੈਠੇ ਹੋ ਐਜ਼ ਇਫ ਨਥਿੰਗ ਹੈਪਨਡ, ਜਿੱਦਾਂ ਕੁਝ ਹੋਇਆ ਹੀ ਨਹੀਂ ਹੈਗਾ। ਹੁਣ ਇਹਦੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬੀ 뮤직 ਇੰਡਸਟਰੀ ਦੀ ਇਸ ਸਾਇਲੈਂਸ, ਇਸ ਚੁੱਪੀ ਦੇ ਪਿੱਛੇ ਦਾ ਕਾਰਨ ਕੀ ਹੈ? So there are 3 major reasons that I have tried to identify and research in the last few days. So ਪੰਜਾਬੀ 뮤직 ਇੰਡਸਟਰੀ ਦੀ ਸਾਇਲੈਂਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇੰਡਸਟਰੀ ਇਹ ਜਾਣਦੀ ਹੈ ਕਿ ਸੁਖ ਸੰਗੇੜਾ ਤੇ ਜੋ ਵੀ ਐਲੀਗੇਸ਼ਨਸ ਲਗਾਏ ਗਏ ਨੇ ਉਹ ਇੱਕਦਮ ਸੱਚ ਨੇ, ਐਂਡ ਇਸ ਮੌਕੇ ਤੇ ਸੁਖ ਸੰਗੇੜਾ ਨੂੰ ਸਪੋਰਟ ਕਰਕੇ ਉਹ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਕਿਉਂਕਿ ਅੱਜ ਨਹੀਂ ਤਾਂ ਕੱਲ ਜੇ ਦੁਨੀਆ ਦੇ ਸਾਹਮਣੇ ਸੱਚਾਈ ਆਉਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਂਗਲਾਂ ਉਹਨਾਂ ਤੇ ਵੀ ਚੱਕੀਆਂ ਜਾਣਗੀਆਂ, ਸਵਾਲ ਉਹਨਾਂ ਤੋਂ ਵੀ ਪੁੱਛੇ ਜਾਣਗੇ। ਐਂਡ ਦੂਜੇ ਪਾਸੇ ਕਿਉਂਕਿ ਮੈਜੋਰਿਟੀ ਆਫ ਦਾ ਇੰਡਸਟਰੀ ਆਲਰੇਡੀ ਸੁਖ ਸੰਗੇੜਾ ਨਾਲ ਕੰਮ ਕਰ ਚੁੱਕੀ ਹੈ, ਇੱਕ ਰਿਲੇਸ਼ਨਸ ਨੇ ਉਹਨਾਂ ਦੇ, ਇਸ ਲਈ ਉਹ ਉਸ ਦੇ ਅਗੇਂਸਟ ਨਹੀਂ ਬੋਲਣਾ ਚਾਹੁੰਦੇ। ਕਿਉਂਕਿ ਇੰਡਸਟਰੀ ਦੇ ਦਿਮਾਗ 'ਚ ਇਹ ਵੀ ਗੱਲ ਹੈਗੀ ਹੈ ਕਿ ਜੇ ਬਾਈ ਚਾਂਸ ਇਹ ਮਾਮਲਾ ਕੱਲ ਨੂੰ ਰਫਾ ਦਫਾ ਹੁੰਦਾ ਹੈ ਤਾਂ ਉਹ ਦੁਬਾਰਾ ਵੀ ਸੁਖ ਸੰਗੇੜਾ ਨਾਲ ਕੰਮ ਕਰਨਾ ਚਾਹੁੰਦੇ ਨੇ। ਪੰਜਾਬੀ 뮤직 ਇੰਡਸਟਰੀ ਇਸ ਪਾਲ ਵਿੱਚ ਹੈ ਕਿ ਸਾਂਪ ਵੀ ਮਰ ਜਾਏ ਔਰ ਲਾਠੀ ਵੀ ਨਾ ਟੁੱਟੇ। ਹਿਪੋਕ੍ਰੇਸੀ ਦੇਖੋ ਇਹਨਾਂ ਲੋਕਾਂ ਦੀ ਤੁਸੀਂ। ਇਹਨਾਂ ਦੀ ਸਾਇਲੈਂਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਕਹਿੰਦੇ ਨੇ ਨਾ ਕਿ ਇੱਕ ਚੋਰ ਕਦੇ ਵੀ ਦੂਜੇ ਚੋਰ ਨੂੰ ਇਹ ਨਹੀਂ ਬੋਲ ਸਕਦਾ ਕਿ ਤੂੰ ਚੋਰ ਹੈ, ਕਿਉਂਕਿ ਉਸ ਦੇ ਨਾਲ ਉਹਦੀ ਆਪਣੀ ਚੋਰੀ ਵੀ ਦੁਨੀਆ ਦੇ ਸਾਹਮਣੇ ਆ ਜਾਏਗੀ। ਪੰਜਾਬੀ 뮤직 ਇੰਡਸਟਰੀ ਦੇ ਚੁੱਪ ਹੋਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਵਿੱਚ ਇਹ ਡਰ ਹੈ ਕਿ ਜੇ ਉਹ ਇਸ ਮੁੱਦੇ ਤੇ ਖੁੱਲ ਕੇ ਗੱਲ ਕਰਦੇ ਨੇ ਤੇ ਇਸ ਨੂੰ ਹੋਰ ਹਵਾ ਮਿਲੇਗੀ, ਐਂਡ ਉਸ ਦੇ ਨਾਲ ਕਈ ਹੋਰ ਵੱਡੇ ਵੱਡੇ ਲੋਕਾਂ ਦੇ ਰਾਜ਼ ਵੀ ਸਾਹਮਣੇ ਆ ਸਕਦੇ ਨੇ। ਕਿਉਂਕਿ ਮੀਟੂ ਮੂਵਮੈਂਟ ਜਦੋਂ ਬਾਲੀਵੁੱਡ ਵਿੱਚ ਸਟਾਰਟ ਹੋਈ ਸੀ ਤੇ ਪਹਿਲਾ ਆਰੋਪ ਬਸ ਨਾਨਾ ਪਾਟੇਕਰ ਤੇ ਲੱਗਾ ਸੀ, ਲੇਕਿਨ ਉਸ ਤੋਂ ਬਾਅਦ ਕਈ ਹੋਰ ਵੱਡੇ ਵੱਡੇ ਲੋਕਾਂ ਦੇ ਰਾਜ਼ ਸਾਹਮਣੇ ਆਏ। ਪੰਜਾਬੀ ਇੰਡਸਟਰੀ ਵਿੱਚ ਕੰਮ ਲੈਣ ਤੇ ਦੇਣ ਲਈ ਕੀ ਹੁੰਦਾ ਹੈ, ਕਿਹੜੇ ਪੁੱਠੇ ਸਿੱਧੇ ਰੈਕਟ ਚਲਾਏ ਜਾਂਦੇ ਆ, ਉਹ ਕਿਤੇ ਜੱਗ ਜ਼ਾਹਰ ਨਾ ਹੋ ਜਾਣ। ਜਿਹੜੀ ਅੱਗ ਅਜੇ ਤੱਕ ਬਸ ਸੁਖ ਸੰਗੇੜਾ ਦੇ ਘਰ ਲੱਗੀ ਹੈ, ਕਿਤੇ ਉਹਨਾਂ ਦੇ ਘਰ ਨਾ ਲੱਗ ਜਾਏ, ਇਸ ਦੇ ਡਰ ਤੋਂ ਵੀ ਪੰਜਾਬੀ 뮤직 ਇੰਡਸਟਰੀ ਚੁੱਪ ਹੋ ਸਕਦੀ ਹੈ। ਸਾਰੀ ਇੰਡਸਟਰੀ ਦੀ ਸਾਇਲੈਂਸ ਦੇ ਤੀਸਰੇ ਤੇ ਸਭ ਤੋਂ ਮੇਜਰ ਕਾਰਨ ਦੀ ਜੇ ਗੱਲ ਕਰੀਏ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਮੈਜੋਰਿਟੀ ਆਫ ਦੀ ਇੰਡਸਟਰੀ ਦਾ ਕੋਈ ਸਟੈਂਡ ਨਹੀਂ ਹੈਗਾ, ਕੋਈ ਪੁਆਇੰਟ ਆਫ ਵਿਊ ਨਹੀਂ ਹੈਗਾ। ਇਹ ਤੇ ਬਸ ਕਾਪੀ ਪੇਸਟ ਚੱਲਦਾ ਹੈ। ਜਿਵੇਂ ਕਿ ਆਪਾਂ ਪਿਛਲੀ ਦਿਨੀ ਦੇਖਿਆ ਜਦੋਂ ਅੰਬਰ ਧਾਲੀਵਾਲ ਤੇ ਦਿਲਪ੍ਰੀਤ ਢਿੱਲੋਂ ਦਾ ਕੇਸ ਸਾਹਮਣੇ ਆਇਆ ਤੇ ਇੱਕ ਕਿਸੇ ਕਲਾਕਾਰ ਨੇ ਪਾ ਦਿੱਤਾ ਕਿ ਦਿਲਪ੍ਰੀਤ ਐਂਡ ਅੰਬਰ ਵੀ ਵਾਂਟ ਟੂ ਸੀ ਯੂ ਟੁਗੇਦਰ, ਐਂਡ ਉਸ ਤੋਂ ਬਾਅਦ ਸਾਰੀ ਇੰਡਸਟਰੀ ਨੇ ਉਹੀ ਕਾਪੀ ਪੇਸਟ ਕਰਕੇ ਪਾ ਦਿੱਤਾ। ਐਂਡ ਬਹੁਤ ਲੋਕ ਉਦੋਂ ਇਹ ਵੀ ਕਹਿ ਰਹੇ ਸੀ ਕਿ ਉਹਨਾਂ ਦੇ ਘਰ ਦਾ ਮਾਮਲਾ ਹੈ, ਬਾਕੀ ਲੋਕ ਸਵਾਦ ਨਾ ਲੈਣ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਚਲੋ ਉਦੋਂ ਉਹਨਾਂ ਦੇ ਘਰ ਦਾ ਮਾਮਲਾ ਸੀ, ਪਰ ਹੁਣ ਤਾਂ ਇੰਡਸਟਰੀ ਦਾ ਮਾਮਲਾ, ਤੁਸੀਂ ਹੁਣ ਕਿਉਂ ਚੁੱਪ ਹੋ? ਇਹਨਾਂ ਦੇ ਇਸ ਬਿਹੇਵੀਅਰ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਹੈ। ਇਹ ਬਸ ਹੈਪੀ ਬਰਥਡੇ ਟੂ ਯੂ, ਹੈਪੀ ਐਨਵਰਸਰੀ, ਗ੍ਰੇਟ Song ਬ్రో, ਬਸ ਇਹੀ ਕਰਨ ਜੋਗੇ ਨੇ। ਜਦੋਂ ਐਕਚੁਅਲ ਮੁੱਦਿਆਂ ਤੇ ਆਪਣਾ ਪੁਆਇੰਟ ਆਫ ਵਿਊ, ਆਪਣਾ ਸਟੈਂਡ ਕਲੀਅਰ ਕਰਨ ਦਾ ਟਾਈਮ ਆਉਂਦਾ ਹੈ ਤਾਂ ਇਹ ਗਾਇਬ ਹੋ ਜਾਂਦੇ ਨੇ। ਜਦੋਂ ਪੰਜਾਬੀ ਸਿੰਗਰਸ ਤੇ ਆਰੋਪ ਲਗਾਏ ਜਾਂਦੇ ਨੇ ਨਾ ਕਿ ਤੁਸੀਂ ਗਲਤ ਸ਼ਬਦ ਗਾਣੇ ਗਾਉਂਦੇ ਹੋ, ਤੁਹਾਡੇ ਗਾਣੇ ਵਾਇਲੈਂਸ ਪ੍ਰਮੋਟ ਕਰਦੇ ਨੇ, ਤੁਹਾਡੇ ਗਾਣੇ ਕੁੜੀਆਂ ਨੂੰ ਬੈਡ ਲਾਈਟ 'ਚ ਦਿਖਾਉਂਦੇ ਨੇ, ਉਦੋਂ ਇਹਨਾਂ ਦਾ ਪਤਾ ਕੀ ਜਵਾਬ ਹੁੰਦਾ ਹੈ ਕਿ ਗਾਣੇ ਤੇ ਬਸ ਫਨ ਲਈ ਹੁੰਦੇ ਆ, ਇੰਜੋਇਮੈਂਟ ਲਈ ਹੁੰਦੇ ਆ, ਰੀਅਲ ਲਾਈਫ 'ਚ ਅਸੀਂ ਇਹ ਚੀਜ਼ਾਂ ਪ੍ਰਮੋਟ ਨਹੀਂ ਕਰਦੇ ਹੈਗੇ। ਬਟ ਜਿਹੜਾ ਤੁਹਾਡਾ ਰੀਅਲ ਲਾਈਫ ਦਾ ਬਿਹੇਵੀਅਰ ਹੈ, ਜੋ ਕਿ ਸਾਨੂੰ ਇਸ ਇਨਸੀਡੈਂਟ ਤੋਂ ਬਾਅਦ ਦੇਖਣ ਨੂੰ ਮਿਲਿਆ ਹੈ ਕਿ ਰੀਅਲ ਲਾਈਫ 'ਚ ਤਾਂ ਤੁਸੀਂ ਆਪਣੇ ਗਾਣਿਆਂ ਤੋਂ ਵੀ ਮਾੜੇ ਹੋ। ਗਾਣਿਆਂ 'ਚ ਘੱਟੋ ਘੱਟ ਤੁਸੀਂ ਐਕਸੈਪਟ ਤੇ ਕਰ ਰਹੇ ਹੁੰਦੇ ਹੋ ਕਿ ਅਸੀਂ ਅਸਲੇ ਰੱਖੇ ਆ, ਅਸੀਂ ਕੁੜੀਆਂ ਨੂੰ ਸਟਾਕ ਕਰ ਰਹੇ ਹਾਂ, ਬਟ ਇੱਥੇ ਤਾਂ ਤੁਸੀਂ ਇੰਨਾ ਗੁੰਮ ਹੋ ਕੇ ਬੈਠੇ ਹੋ ਜਿੱਦਾਂ ਕੁਝ ਹੋਇਆ ਹੀ ਨਹੀਂ ਹੈਗਾ, ਐਜ਼ ਇਫ ਨਥਿੰਗ ਹੈਪਨਡ। ਐਂਡ ਇੱਕ ਹੋਰ ਗੱਲ ਜੋ ਮੇਰੇ ਜਮਾ ਗਲੇ ਨਹੀਂ ਉਤਰ ਰਹੀ ਕਿ ਪੰਜਾਬੀ ਮੀਡੀਆ ਜੋ ਕਿ ਵਿਊਜ਼ ਖੱਟਣ ਲਈ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਹੈ, ਕੋਈ ਵੀ ਗਲਤ ਸਟੋਰੀ ਚਲਾ ਦਿੰਦਾ ਹੈ, ਉਹ ਹਜੇ ਤੱਕ ਸਾਇਲੈਂਟ ਕਿਵੇਂ ਹੈ? ਇੱਕ ਦੋ ਚੈਨਲ ਨੂੰ ਛੱਡ ਕੇ ਸਾਰੇ ਪੰਜਾਬ ਦੇ ਲੀਡਿੰਗ ਚੈਨਲਸ ਇੱਕਦਮ ਚੁੱਪ ਕਰਕੇ ਬੈਠੇ ਆ। ਇੱਥੋਂ ਇਸ ਗੱਲ ਦੇ ਵੀ ਇਸ਼ਾਰੇ ਮਿਲਦੇ ਆ ਕਿ ਕਿਸ ਤਰੀਕੇ ਦੇ ਚੜਾਵੇ ਉਹਨਾਂ ਨੂੰ ਚੜਾਏ ਗਏ ਹੈ। ਕਿਉਂਕਿ ਜਦੋਂ ਤੁਹਾਨੂੰ ਇੱਕ ਸਟੋਰੀ ਨਾ ਕਰਨ ਦੇ ਉਹਨੇ ਪੈਸੇ ਮਿਲ ਰਹੇ ਹੋਣ ਜਿੰਨੀ ਸ਼ਾਇਦ ਤੁਹਾਡੀ ਸਟੋਰੀ ਤੋਂ ਕਮਾਈ ਨਹੀਂ ਹੋਣੀ, ਤੁਸੀਂ ਕਿਉਂ ਕਰੋਗੇ ਉਹ ਸਟੋਰੀ? ਐਂਡ ਇਟ ਇਜ਼ ਸੱਚ ਅ ਸ਼ੇਮ ਕਿ ਅੱਜ ਦੀ ਡੇਟ ਵਿੱਚ ਸਾਡਾ ਮੀਡੀਆ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ ਰੱਖ ਰਿਹਾ। ਐਂਡ ਮੈਂ ਸੁਖ ਸੰਗੇੜਾ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਕਿ ਬਾਈ ਨਾਟ ਕਮਿੰਗ ਫਾਰਵਰਡ
ਐਂਡ ਬਾਈ ਸਟੇਇੰਗ ਸਾਇਲੈਂਟ ਤੁਸੀਂ ਸਿਰਫ ਤੇ ਸਿਰਫ ਕੋਰ ਮੂਵਮੈਂਟ ਦਾ ਫਾਇਦਾ ਕਰ ਰਹੇ ਹੋ। ਉਹਨਾਂ ਦਾ ਹੀ ਕੇਸ ਹੋਰ ਸਟਰੋਂਗ ਹੋ ਰਿਹਾ ਹੈ, ਕਿਉਂਕਿ ਜਿੰਨੀ ਦੇਰ ਤੱਕ ਇੱਕ ਚੋਰ ਅੱਗੇ ਆ ਕੇ ਨਹੀਂ ਬੋਲੇਗਾ ਕਿ ਉਹਨੇ ਚੋਰੀ ਨਹੀਂ ਕੀਤੀ, ਅਸੀਂ ਤਾਂ ਇਹੀ ਮੰਨਾਂਗੇ ਨਾ ਕਿ ਉਹੀ ਚੋਰ ਹੈ। ਐਂਡ ਆਈ ਵਾਂਟ ਟੂ ਕੰਕਲੂਡ ਦਿਸ ਬਾਈ ਸੇਇੰਗ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਸਾਹਮਣੇ ਨਾ ਆ ਕੇ ਸਾਇਲੈਂਟ ਰਹਿ ਕੇ ਨਾ ਤਾਂ ਆਪਣਾ ਫਾਇਦਾ ਕਰ ਰਹੀ ਹੈ, ਨਾ ਹੀ ਸਾਡਾ ਫਾਇਦਾ ਕਰ ਰਹੀ ਹੈ। ਐਂਡ ਵੀ ਐਜ਼ ਪੰਜਾਬੀ ਮਿਊਜ਼ਿਕ ਲਵਰਸ ਆਰ ਵੈਰੀ ਡਿਸਅਪੋਇੰਟਡ ਕਿ ਇੱਕ ਦੋ ਆਰਟਿਸਟ ਨੂੰ ਛੱਡ ਕੇ ਕਿਸੇ ਨੇ ਵੀ ਕੋਈ ਸਟੈਂਡ ਨਹੀਂ ਲਿਆ। ਐਂਡ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਅੱਗੇ ਆ ਕੇ ਇਹ ਬੋਲੋ ਕਿ ਫਲਾਣਾ ਬੰਦਾ ਗਲਤ ਹੈ, ਫਲਾਣਾ ਬੰਦਾ ਸਹੀ ਹੈ, ਬਟ ਐਟਲੀਸਟ ਤੁਸੀਂ ਇੰਨਾ ਕਰ ਸਕਦੇ ਹੋ ਕਿ ਆਪਣਾ ਸਟੈਂਡ ਕਲੀਅਰ ਕਰੋ ਕਿ ਜੇ ਐਦਾਂ ਦੀ ਕੋਈ ਵੀ ਗੱਲ ਹੋਈ ਹੈ ਤੇ ਉਹ ਗਲਤ ਹੈ, ਵੀ ਡੋਂਟ ਇਨਕਰੇਜ ਇਟ। ਐਂਡ ਐਦਾਂ ਦੀ ਕੋਈ ਵੀ ਚੀਜ਼ ਜੇ ਤੁਹਾਡੇ ਸਾਹਮਣੇ ਇਨ ਫਿਊਚਰ ਹੁੰਦੀ ਹੈ ਤੇ ਤੁਸੀਂ ਮੇਕ ਸ਼ੋਰ ਕਰੋਗੇ ਕਿ ਕੋਈ ਨਾ ਕੋਈ ਐਕਸ਼ਨ ਲਿਆ ਜਾਏ, ਕਿਉਂਕਿ ਜੇ ਅੱਜ ਤੁਸੀਂ ਨਹੀਂ ਬੋਲਦੇ ਤਾਂ ਇਤਿਹਾਸ ਵਿੱਚ ਤੁਹਾਡਾ ਨਾਮ ਲਿਖਿਆ ਜਾਏਗਾ ਕਿ ਜਦੋਂ ਗਲਤ ਨੂੰ ਗਲਤ ਕਹਿਣ ਦਾ ਟਾਈਮ ਸੀ ਉਦੋਂ ਤੁਸੀਂ ਚੁੱਪ ਕਰਕੇ ਬੈਠੇ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਬਰਥਡੇ ਤੇ ਹੈਪੀ ਗੁਰਪੁਰਬ ਵਾਲੀਆਂ ਸਟੋਰੀਆਂ ਪਾਣੀਆਂ ਤਾਂ ਬਹੁਤ ਸੌਖੀਆਂ ਨੇ, ਬਟ ਉਹਨਾਂ ਦੇ ਆਦਰਸ਼ਾਂ ਨੂੰ ਮੰਨਣਾ ਬਹੁਤ ਔਖਾ ਹੈ। ਉਹ ਕਹਿੰਦੇ ਨੇ ਜੇ ਗਲਤ ਕਰਨਾ ਪਾਪ ਹੈ ਤਾਂ ਗਲਤ ਹੁੰਦੇ ਹੋਏ ਦੇਖਣਾ ਤੇ ਉਹਦੇ ਖਿਲਾਫ ਆਵਾਜ਼ ਨਾ ਚੱਕਣਾ ਉਹ ਵੀ ਪਾਪ ਹੈ। ਐਂਡ ਇਸ ਤਰੀਕੇ ਨਾਲ ਚੁੱਪ ਰਹਿ ਕੇ ਤੁਸੀਂ ਉਸ ਪਾਪ ਦੇ ਭਾਗੀ ਬਣ ਰਹੇ ਹੋ। ਇੱਕ 15, ਇੱਕ 14, ਇੱਕ 16 ਸਾਲ ਦੇ ਕਿਸੇ ਕੁੜੀ ਜਾਂ ਮੁੰਡੇ ਦਾ ਸੁਪਨਾ ਹੋ ਸਕਦਾ ਹੈ ਕਿ ਉਹ ਪੰਜਾਬੀ ਫਿਲਮਸ ਵਿੱਚ ਕੰਮ ਕਰਨਾ ਚਾਹੁੰਦਾ ਹੈ, ਪੰਜਾਬੀ 뮤직 ਵੀਡੀਓਜ਼ 'ਚ ਕੰਮ ਕਰਨਾ ਚਾਹੁੰਦਾ ਹੈ। ਐਂਡ ਇਸ ਤਰੀਕੇ ਨਾਲ ਚੁੱਪ ਰਹਿ ਕੇ ਤੁਸੀਂ ਉਸ ਬੱਚੇ ਦਾ ਉਹ ਸੁਪਨਾ ਤੋੜ ਰਹੇ ਹੋ। ਉਹ ਬੱਚਾ ਡਰੇਗਾ ਪੰਜਾਬੀ 뮤직 ਇੰਡਸਟਰੀ ਵਿੱਚ ਆਉਣ ਤੋਂ, ਇੱਥੇ ਕੰਮ ਕਰਨ ਤੋਂ। ਐਂਡ ਜੇ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਇੱਕ ਬੰਦੇ ਦੇ ਕਹਿਣ ਨਾਲ ਕੀ ਫਰਕ ਪੈਂਦਾ ਹੈ, ਤਾਂ ਪੰਜਾਬ ਦੇ ਬੜੇ ਇੱਕ ਮਕਬੂਲ ਸ਼ਾਇਰ ਹੋਏ ਨੇ ਜਿਨ੍ਹਾਂ ਨੇ ਕਿਹਾ ਹੈ ਕਿ माना कि इस जहां को गुलिस्तान न कर सके पर कांटे कुछ कम ही कर गए जिधर से गुजरे हम। सो जे तुसी बोलोगे तां ही 4 बंदे मगर लगणगे, जे तुसी बोलोगे कल नूं तां ही 100 बंदे होर बोलण वाले होणगे। सो इट इज अ रिक्वेस्ट टू एवरीवन इन द म्यूजिक इंडस्ट्री टू टेक देयर स्टैंड एंड टू से समथिंग। जो भी ये वीडियो देख रहा सी, इट इज़ अ रिक्वेस्ट कि इसनूं ज़्यादा तो ज़्यादा शेयर करो ताकि पंजाब दे हर कलाकार तक पहुँचे, हर बंदे तक पहुँचे, ताकि उन्होंने हिम्मत मिले कुछ बोलन दी, उन्होंने हिम्मत मिले अपना स्टैंड लैन दी।